65 ਸਾਲ ਦੇ ਦਰਸ਼ਨ ਸਿੰਘ ਜੀ ਜੋ ਪ੍ਰਾਈਵੇਟ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਸੀ, ਅੱਜ ਸਵੇਰੇ ਜਦੋਂ ਸੈਰ ਕਰਕੇ ਆਪਣੇ ਘਰ ਵੱਲ ਆ ਰਹੇ ਸੀ ਤਾਂ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਰਿਟਾਇਰਮੈਂਟ ਦੇ ਸਮੇਂ ਮੈਂ ਸੋਚਦਾ ਸੀ ਕਿ ਮੈਂ ਬੰਧਨ ਤੋਂ ਮੁਕਤੀ ਵੱਲ ਜਾ ਰਿਹਾ ਹਾਂ, ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਨੂੰ ਜੀਵਨ ਦੀ ਆਜ਼ਾਦੀ ਕਿਹਾ ਜਾਏ ਜਾਂ ਜਿਉਂਦੇ ਹੀ ਮੌਤ ਦਾ ਅਹਿਸਾਸ। ਬੜਾ ਖਾਲੀ ਜਿਹਾ ਲੱਗਦਾ ਹੈ ਜੀਵਨ। ਇੱਕ ਪਲ ਬੜੀ ਮੁਸ਼ਕਿਲ ਨਾਲ ਤਿਲ ਕਰਕੇ ਨਿਕਲਦਾ ਹੈ। ਰਹਿ ਕੇ ਵੀ ਆਪਣੇ ਪਿੰਡ ਦੀ ਰੋਜ਼ਾਨਾ ਦੀ ਰੁਟੀਨ ਨੂੰ ਯਾਦ ਕਰਨ ਲੱਗਦੇ ਹਾਂ। ਉਹ ਛੋਟੀਆਂ ਜਿਹੀਆਂ ਗਲੀਆਂ, ਗਿਣਤੀ ਦੇ ਲੋਕ, ਸਭ ਕੁਝ ਇੰਨਾ ਛੋਟਾ ਜਿਹਾ ਕਿ ਇੱਕ ਦਿਨ ਵਿੱਚ ਹੀ ਪੂਰਾ ਪਿੰਡ ਨਾਪ ਲਿਆ ਜਾਵੇ ਤੇ ਤਕਰੀਬਨ ਹਰ ਆਦਮੀ ਨਾਲ ਮੁਲਾਕਾਤ ਹੋ ਜਾਵੇ। ਉਸ ਸਮੇਂ ਲੱਗਦਾ ਸੀ ਜਿਵੇਂ ਦੁਨੀਆ ਮੁੱਠੀ ਵਿੱਚ ਹੈ। ਉਹ ਛੋਟੀ ਜਿਹੀ ਦੁਨੀਆ ਜਿਵੇਂ ਹੀ ਹੱਥਾਂ ਵਿੱਚੋਂ ਛੁੱਟੀ, ਬਸ ਫਿਰ ਤਾਂ ਸਾਰਾ ਕੁਝ ਹੀ ਸੁੱਟ ਗਿਆ। ਦਰਅਸਲ ਸ਼ਹਿਰ ਵਿੱਚ ਆਉਣ ਤੋਂ ਪਹਿਲਾਂ ਦਰਸ਼ਨ ਸਿੰਘ ਜੀ ਆਪਣੀ ਪਤਨੀ ਕਰਤਾਰ ਕੌਰ ਤੇ ਆਪਣੇ ਪੁੱਤਰ ਰਾਜਵਿੰਦਰ ਨਾਲ ਪਿੰਡ ਵਿੱਚ ਹੀ ਰਿਹਾ ਕਰਦੇ ਸੀ, ਪਰੰਤੂ ਆਪਣੇ ਬੇਟੇ ਦੀ ਉੱਚੀ ਸਿੱਖਿਆ ਲਈ ਉਹਨਾਂ ਨੂੰ ਪਿੰਡ ਤੋਂ ਸ਼ਹਿਰ ਆਉਣਾ ਪਿਆ। ਸ਼ਹਿਰ ਵਿੱਚ ਆ ਕੇ ਉਹਨਾਂ ਨੇ ਆਪਣਾ ਮਕਾਨ ਖਰੀਦ ਲਿਆ, ਪਰੰਤੂ ਸ਼ਹਿਰ ਆਉਣ ਦੇ 3 ਸਾਲ ਬਾਅਦ ਹੀ ਉਹਨਾਂ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰਾਜਵਿੰਦਰ ਹੋਰ ਪੜ੍ਹਾਈ ਕਰਨ ਦੇ ਲਈ ਵਿਦੇਸ਼ ਚਲਾ ਗਿਆ। ਉੱਥੇ ਯੂਨੀਵਰਸਿਟੀ ਵਿੱਚ ਵੀ ਉਸ ਦੀ ਸਿੱਖਿਆ ਦਾ ਪੱਧਰ ਬਹੁਤ ਵਧੀਆ ਰਿਹਾ, ਜਿਸ ਕਾਰਨ ਉਸ ਨੂੰ ਉੱਥੇ ਨੌਕਰੀ ਮਿਲ ਗਈ। ਉਸਨੇ ਉੱਥੇ ਹੀ ਇੱਕ ਪੰਜਾਬੀ ਕੁੜੀ ਹਰਪ੍ਰੀਤ ਕੌਰ ਨਾਲ ਵਿਆਹ ਕਰ ਲਿਆ ਤੇ ਉੱਥੋਂ ਦਾ ਹੀ ਹੋ ਕੇ ਰਹਿ ਗਿਆ। ਸ਼ੁਰੂ ਵਿੱਚ ਤਾਂ ਰਾਜਵਿੰਦਰ ਉਹਨਾਂ ਨੂੰ ਕਦੇ ਫੋਨ ਕਰ ਲਿਆ ਕਰਦਾ ਸੀ, ਪਰ ਹੁਣ ਤਾਂ ਕਈ ਮਹੀਨੇ ਬੀਤ ਜਾਂਦੇ ਸੀ। ਦਰਸ਼ਨ ਸਿੰਘ ਜੀ ਦੀ ਆਪਣੇ ਪੁੱਤਰ ਨਾਲ ਗੱਲ ਵੀ ਨਹੀਂ ਹੁੰਦੀ ਸੀ। ਇਸ ਵੱਡੇ ਸ਼ਹਿਰ ਵਿੱਚ ਦਰਸ਼ਨ ਸਿੰਘ ਬਿਲਕੁਲ ਇਕੱਲੇ ਹੋ ਚੁੱਕੇ ਸੀ। ਅੱਜ ਜਦੋਂ ਸੈਰ ਕਰਕੇ ਦਰਸ਼ਨ ਸਿੰਘ ਜੀ ਘਰ ਆਏ ਤਾਂ ਅਚਾਨਕ ਫੋਨ ਦੀ ਘੰਟੀ ਵੱਜੀ। ਉਹਨਾਂ ਨੇ ਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਆਵਾਜ਼ ਆਈ, ਹੈਲੋ ਡੈਡੀ, ਮੈਂ ਰਾਜਵਿੰਦਰ ਬੋਲ ਰਿਹਾ ਹਾਂ। ਹਾਂ ਬੇਟਾ ਬੋਲੋ, ਕਿਵੇਂ ਹੋ? ਬੱਚੇ ਕਿਵੇਂ ਨੇ? ਬਹੂ ਕਿਵੇਂ ਆ? ਇੱਕ ਹਿੱਸਾ ਵਿੱਚ ਦਰਸ਼ਨ ਸਿੰਘ ਜੀ ਨੇ ਕਈ ਪ੍ਰਸ਼ਨ ਕਰ ਦਿੱਤੇ। ਡੈਡੀ ਜੀ, ਅਸੀਂ ਸਾਰੇ ਠੀਕ ਹਾਂ, ਤੁਹਾਡੀ ਸਿਹਤ ਕਿਵੇਂ ਹੈ? ਠੀਕ ਹੈ ਬੇਟਾ, ਹੁਣ ਸਿਹਤ ਦਾ ਕੀ ਹੈ? ਇਸ ਉਮਰ ਵਿੱਚ ਕੁਝ ਨਾ ਕੁਝ ਤਾਂ ਹੋਇਆ ਹੀ ਰਹਿੰਦਾ ਏ, ਪਰ ਸਰੀਰ ਚੱਲ ਰਿਹਾ ਏ, ਇਸ ਲਈ ਰੱਬ ਦਾ ਹਰ ਪਲ ਸ਼ੁਕਰੀਆ ਕਰਦਾ ਹਾਂ। ਕੀ ਗੱਲ ਹੈ ਬੇਟਾ, ਅੱਜ ਬਹੁਤ ਦਿਨਾਂ ਬਾਅਦ ਮੇਰੀ ਯਾਦ ਕਿਵੇਂ ਆਈ? ਕੀ ਦੱਸਾਂ ਡੈਡੀ ਜੀ, ਜ਼ਿੰਦਗੀ ਇੰਨੀ ਬਿਜੀ ਹੋ ਗਈ ਹੈ ਕਿ ਕੁਝ ਕਰਨ ਦੇ ਲਈ ਸਮਾਂ ਹੀ ਨਹੀਂ ਮਿਲ ਪਾਉਂਦਾ। ਬਹੁਤ ਦਿਨਾਂ ਤੋਂ ਰੋਜ਼ ਸੋਚਦਾ ਸੀ ਕਿ ਤੁਹਾਨੂੰ ਫੋਨ ਕਰਾਂ, ਪਰ ਕਿਸੇ ਨਾ ਕਿਸੇ ਕੰਮ ਵਿੱਚ ਬਿਜੀ ਹੋਣ ਕਰਕੇ ਟਾਈਮ ਹੀ ਨਹੀਂ ਲੱਗਦਾ ਸੀ। ਇਹ ਗੱਲ ਤਾਂ ਤੂੰ ਸੱਚ ਕਹੀ ਏ ਪੁੱਤਰ, ਜਿਵੇਂ ਅਹੁਦਾ ਵੱਡਾ ਹੁੰਦਾ ਏ, ਜ਼ਿੰਮੇਵਾਰੀਆਂ ਵੀ ਜ਼ਿਆਦਾ ਵੱਧ ਜਾਂਦੀਆਂ ਨੇ। ਡੈਡੀ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ ਹਾਂ। ਤੁਸੀਂ ਕਿਤੇ ਮੇਰੀ ਗੱਲ ਦਾ ਬੁਰਾ ਹੀ ਨਾ ਮੰਨ ਜਾਵੋ। ਕਹਿਣਾ ਪੁੱਤਰ, ਬੁਰਾ ਮੰਨਣ ਵਾਲੀ ਕੀ ਗੱਲ ਹੈ? ਡੈਡੀ ਜੀ, ਮੈਂ ਸੋਚ ਰਿਹਾ ਸੀ ਕਿ ਤੁਸੀਂ ਇੱਥੇ ਇੰਡੀਆ ਵਿੱਚ ਬਿਲਕੁਲ ਇਕੱਲੇ ਹੋ ਤੇ ਤੁਹਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ, ਤੇ ਸਾਡਾ ਤਾਂ ਤੁਹਾਨੂੰ ਪਤਾ ਹੀ ਆ ਕਿ ਸਾਡਾ ਵੀ ਕਦੇ ਕਤਾਈ ਹੀ ਇੰਡੀਆ ਆਉਣਾ ਹੁੰਦਾ ਏ। ਇਸ ਲਈ ਜੇਕਰ ਠੀਕ ਲੱਗੇ ਤਾਂ ਤੁਸੀਂ ਸਾਡੇ ਕੋਲ ਆਸਟ੍ਰੇਲੀਆ ਆ ਜਾਓ। ਇੱਥੇ ਤੁਹਾਡੇ ਦੋਨੋਂ ਪੋਤਾ ਪੋਤੀ ਵੀ ਤੁਹਾਡੇ ਨਾਲ ਰਹਿ ਕੇ ਖੁਸ਼ ਹੋ ਜਾਣਗੇ ਤੇ ਤੁਹਾਡਾ ਸਮਾਂ ਵੀ ਵਧੀਆ ਲੰਘ ਜਾਵੇਗਾ। ਇੱਥੇ ਹੁਣ ਮੈਨੂੰ ਤੁਹਾਡੀ ਚਿੰਤਾ ਲੱਗੀ ਰਹਿੰਦੀ ਏ। ਜੇਕਰ ਤੁਸੀਂ ਇੱਥੇ ਆ ਜਾਓਗੇ ਤਾਂ ਅਸੀਂ ਵੀ ਤੁਹਾਡੇ ਵੱਲੋਂ ਬੇਫਿਕਰ ਹੋ ਜਾਵਾਂਗੇ। ਆਪਣੇ ਪੁੱਤਰ ਦੀ ਗੱਲ ਸੁਣ ਕੇ ਦਰਸ਼ਨ ਸਿੰਘ ਜੀ ਨੂੰ ਬਹੁਤ ਚੰਗਾ ਲੱਗਾ। ਉਹ ਸੋਚਣ ਲੱਗਾ ਕਿ 5 ਸਾਲ ਬੀਤ ਗਏ ਆਪਣੀ ਨੌਕਰੀ ਤੋਂ ਰਿਟਾਇਰ ਹੋਏ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਕਿਸੇ ਦਿਨ ਅਚਾਨਕ ਮੇਰੀਆਂ ਅੱਖਾਂ ਬੰਦ ਹੋ ਜਾਣ
ਤੇ ਮੇਰਾ ਪੁੱਤਰ ਮੇਰੀ ਅਰਥੀ ਨੂੰ ਮੋਢਾ ਦੇਣ ਵੀ ਨਾ ਪਹੁੰਚ ਸਕੇ। ਇਹ ਸੋਚਦੇ ਹੋਏ ਦਰਸ਼ਨ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਆਸਟ੍ਰੇਲੀਆ ਆਉਣ ਲਈ ਹਾਂ ਕਰ ਦਿੱਤੀ। ਫਿਰ ਰਾਜਵਿੰਦਰ ਕਹਿੰਦਾ, ਡੈਡੀ ਜੀ ਹੁਣ ਤੁਸੀਂ ਸਾਡੇ ਕੋਲ ਆ ਜਾਓਗੇ ਤਾਂ ਸਾਨੂੰ ਆਪਣੇ ਮਕਾਨ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਲਈ ਮਕਾਨ ਨੂੰ ਸੇਲ ਤੇ ਲਗਾ ਦਿਓ। ਮਕਾਨ ਨੂੰ ਵੇਚਣ ਦੀ ਗੱਲ ਸੁਣ ਕੇ ਦਰਸ਼ਨ ਸਿੰਘ ਜੀ ਥੋੜਾ ਹੈਰਾਨ ਹੋ ਗਏ, ਕਿਉਂਕਿ ਇਸ ਮਕਾਨ ਦੇ ਨਾਲ ਉਹਨਾਂ ਦੀ ਪਤਨੀ ਦੀਆਂ ਮਿੱਠੀਆਂ-ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਸੀ। ਇਸ ਮਕਾਨ ਦੀ ਇੱਕ-ਇੱਕ ਚੀਜ਼ ਨੂੰ ਉਹਨਾਂ ਨੇ ਆਪਣੇ ਹੱਥਾਂ ਨਾਲ ਸਜਾਇਆ ਸੀ। ਪਰੰਤੂ ਪੁੱਤਰ ਦੀ ਗੱਲ ਵੀ ਸਹੀ ਸੀ ਕਿ ਹੁਣ ਇਸ ਮਕਾਨ ਵਿੱਚ ਵਾਪਸ ਕੌਣ ਆਵੇਗਾ। ਇਹ ਸੋਚ ਕੇ ਉਹਨਾਂ ਨੇ ਮਕਾਨ ਨੂੰ ਵੇਚਣ ਲਈ ਹਾਂ ਕਰ ਦਿੱਤੀ ਤੇ ਅਗਲੇ ਹੀ ਦਿਨ ਅਖਬਾਰ ਵਿੱਚ ਮਕਾਨ ਵੇਚਣ ਦੇ ਲਈ ਇਸ਼ਤਿਹਾਰ ਵੀ ਦੇ ਦਿੱਤਾ। ਕੁਝ ਹੀ ਦਿਨਾਂ ਵਿੱਚ ਮਕਾਨ ਦਾ ਸੌਦਾ ਹੋ ਗਿਆ। ਤਕਰੀਬਨ 1 ਮਹੀਨੇ ਬਾਅਦ ਰਾਜਵਿੰਦਰ ਇੰਡੀਆ ਆਇਆ ਤੇ ਮਕਾਨ ਦੇ ਪੈਸਿਆਂ ਦਾ ਲੈਣ ਦੇਣ ਕਰ ਲਿਆ। ਦਰਸ਼ਨ ਸਿੰਘ ਜੀ ਨੇ ਜੋ ਬੈਂਕ ਵਿੱਚ FD ਬਣਵਾ ਕੇ ਰੱਖੀ ਹੋਈ ਸੀ, ਰਾਜਵਿੰਦਰ ਨੇ ਉਸ ਦਾ ਵੀ ਡਰਾਫਟ ਬਣਵਾ ਕੇ ਕੈਸ਼ ਕਰਵਾ ਲਿਆ ਤੇ ਸਾਰੀ ਸੰਪਤੀ ਵੇਚਣ ਤੋਂ ਬਾਅਦ ਹੁਣ ਉਹ ਆਸਟ੍ਰੇਲੀਆ ਜਾਣ ਲਈ ਦੋਵੇਂ ਬਿਲਕੁਲ ਤਿਆਰ ਸੀ। ਸਹੀ ਸਮੇਂ ਤੇ ਉਹ ਦੋਵੇਂ 에ਅਰਪੋਰਟ ਪਹੁੰਚ ਗਏ। ਰਾਜਵਿੰਦਰ ਨੇ ਕਿਹਾ ਕਿ ਡੈਡੀ ਜੀ ਤੁਸੀਂ ਇੱਥੇ ਸੋਫੇ ਤੇ ਬੈਠੋ, ਮੈਨੂੰ ਸਾਰੀ ਫਾਰਮੈਲਿਟੀ ਪੂਰੀ ਕਰਨ ਲਈ ਸਮਾਂ ਚਾਹੀਦਾ ਹੈ। ਮੈਂ ਚੈਕਿੰਗ ਕਰਨ ਤੋਂ ਬਾਅਦ ਆਉਂਦਾ ਹਾਂ, ਫਿਰ ਤੁਹਾਨੂੰ ਲੈ ਕੇ ਚੱਲਦਾ। ਦਰਸ਼ਨ ਸਿੰਘ ਜੀ ਉੱਥੇ ਸੋਫੇ ਤੇ ਬੈਠ ਗਏ ਤੇ ਉਹਨਾਂ ਦਾ ਮਨ ਆਪਣੇ ਅਤੀਤ ਵਿੱਚ ਗਮਾਚ ਗਿਆ। ਇੱਕ-ਇੱਕ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਪੰਨੇ ਖੁੱਲਣ ਲੱਗੇ। ਜਿਸ ਮਕਾਨ ਨੂੰ ਉਹਨਾਂ ਦੀ ਪਤਨੀ ਨੇ ਇੰਨੇ ਸ਼ੌਂਕ ਨਾਲ ਬਣਵਾਇਆ ਸੀ, ਉਸ ਨੂੰ ਵੇਚਦੇ ਸਮੇਂ ਉਹਨਾਂ ਦਾ ਮਨ ਭਰ ਗਿਆ ਸੀ। ਸ਼ਹਿਰ ਵਿੱਚ ਆਉਣ ਤੋਂ ਪਹਿਲਾਂ ਦਰਸ਼ਨ ਸਿੰਘ ਜੀ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਘਰ ਕਿਰਾਏ ਤੇ ਲੈ ਲੈਂਦੇ ਹਾਂ, ਆਰਾਮ ਨਾਲ ਰਹਾਂਗੇ। ਪਰ ਉਹਨਾਂ ਦੀ ਪਤਨੀ ਤਿਆਰ ਨਹੀਂ ਸੀ ਤੇ ਕਹਿਣ ਲੱਗੀ ਕਿ ਕਿਰਾਏ ਦੇ ਮਕਾਨ ਵਿੱਚ ਤਾਂ ਕੇਵਲ ਅੱਜ ਹੀ ਆਰਾਮ ਨਾਲ ਬਿਤਾ ਸਕਾਂਗੇ, ਪਰ ਭਵਿੱਖ ਦੀ ਚਿੰਤਾ ਹਮੇਸ਼ਾ ਸਤਾਉਂਦੀ ਰਹੇਗੀ। ਜਿਵੇਂ ਵੀ ਹੋਵੇ ਇੱਕ ਛੋਟਾ ਜਿਹਾ ਮਕਾਨ ਜਾਂ ਫਲੈਟ ਲੋਨ ਲੈ ਕੇ ਖਰੀਦ ਲਵੋ, ਘੱਟ ਤੋਂ ਘੱਟ ਬੁਢਾਪੇ ਵਿੱਚ ਕਿਤੇ ਭਟਕਣਾ ਤਾਂ ਨਹੀਂ ਪਵੇਗਾ। ਕਿੰਨੇ ਸ਼ੌਂਕ ਨਾਲ ਮੈਂ ਇਹ ਮਕਾਨ ਬਣਵਾਇਆ ਸੀ। ਕਰਤਾਰ ਕੌਰ ਵੀ ਤਾਂ ਕੁਝ ਚਿਰ ਹੀ ਇਸ ਮਕਾਨ ਵਿੱਚ ਰਹਿ ਸਕੀ। ਅਚਾਨਕ ਇੱਕ ਰਾਤ ਉਸ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ। ਇਲਾਜ ਦੇ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਉਹ ਇਸ ਦੁਨੀਆ ਵਿੱਚ ਮੈਨੂੰ ਇਕੱਲਾ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਕਰਤਾਰ ਕੌਰ ਦੀ ਮੌਤ ਤੋਂ ਬਾਅਦ ਰਾਜਵਿੰਦਰ ਕੁਝ ਦਿਨਾਂ ਦੇ ਲਈ ਇੰਡੀਆ ਆਇਆ ਤੇ ਕੁਝ ਹੀ ਦਿਨਾਂ ਬਾਅਦ ਵਾਪਸ ਵੀ ਚਲਾ ਗਿਆ। ਪਰ ਪਤਨੀ ਦੇ ਜਾਣ ਤੋਂ ਬਾਅਦ ਦਰਸ਼ਨ ਸਿੰਘ ਜੀ ਬੇਹੱਦ ਇਕੱਲੇ ਹੋ ਗਏ ਸੀ। ਕਿਤੇ ਵੀ ਉਹਨਾਂ ਦਾ ਮਨ ਨਹੀਂ ਲੱਗਦਾ ਸੀ। ਇੰਨੇ ਵੱਡੇ ਘਰ ਵਿੱਚ ਇਕੱਲੇ ਰਹਿਣਾ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਘਰ ਉਹਨਾਂ ਨੂੰ ਖਾਣ ਲਈ ਆ ਰਿਹਾ ਹੋਵੇ। ਦਰਸ਼ਨ ਸਿੰਘ ਜੀ ਨੇ, ਜਿਨ੍ਹਾਂ ਨੇ ਕਦੇ ਘਰ ਦਾ ਕੰਮ ਹੀ ਨਹੀਂ ਕੀਤਾ ਸੀ, ਹੁਣ ਖੁਦ ਹੀ ਖਾਣਾ ਬਣਾਉਣ ਲੱਗੇ ਸੀ ਤੇ ਘਰ ਦੀ ਸਾਫ਼ ਸਫਾਈ ਲਈ ਕੰਮ ਵਾਲੀ ਨੂੰ ਰੱਖ ਲਿਆ। ਅਚਾਨਕ ਦਰਸ਼ਨ ਸਿੰਘ ਜੀ ਦਾ ਧਿਆਨ ਭੰਗ ਹੋਇਆ। ਉਹਨਾਂ ਨੂੰ ਲੱਗਿਆ ਕਿ ਕਾਫੀ ਦੇਰ ਹੋ ਚੁੱਕੀ ਆ। ਰਾਜਵਿੰਦਰ ਅਜੇ ਤੱਕ ਚੈੱਕ ਇਨ ਕਰਕੇ ਨਹੀਂ ਆਇਆ। ਘੜੀ ਤੇ ਸਮਾਂ ਵੇਖਿਆ ਤਾਂ ਲਗਭਗ 2 ਘੰਟੇ ਬੀਤ ਚੁੱਕੇ ਸੀ। ਦਰਸ਼ਨ ਸਿੰਘ ਜੀ ਨੇ ਆਸਟ੍ਰੇਲੀਆ ਜਾਣ ਵਾਲੀ ਫਲਾਈਟ ਦੀ ਕਾਊਂਟਰ ਤੇ ਜਾ ਕੇ ਪੁੱਛਿਆ, ਮੈਡਮ ਮੇਰਾ ਨਾਮ ਦਰਸ਼ਨ ਸਿੰਘ ਹੈ, ਮੇਰੇ ਪੁੱਤਰ ਦਾ ਨਾਮ ਰਾਜਵਿੰਦਰ ਸਿੰਘ ਹੈ, ਅਸੀਂ ਆਸਟ੍ਰੇਲੀਆ ਜਾਣ ਵਾਲੀ ਫਲਾਈਟ ਫੜਨੀ ਹੈ। ਮੇਰਾ ਪੁੱਤਰ ਚੈਕਿੰਗ ਕਰਨ ਲਈ ਆਇਆ ਸੀ, ਪਰ ਉਹ ਮੈਨੂੰ ਕਿਤੇ ਨਜ਼ਰ ਨਹੀਂ ਆ ਰਿਹਾ। ਦਰਸ਼ਨ ਸਿੰਘ ਜੀ ਦੀ ਗੱਲ ਸੁਣ ਕੇ ਕਾਊਂਟਰ ਤੇ ਬਿਜ਼ੀ ਇੱਕ ਲੜਕੀ ਨੇ ਯਾਤਰੀਆਂ ਦੀ ਲਿਸਟ ਦੇਖ ਕੇ ਦੱਸਿਆ, ਹਾਂਜੀ ਰਾਜਵਿੰਦਰ ਸਿੰਘ ਨਾਮ ਦਾ ਇੱਕ ਯਾਤਰੀ ਇੱਥੇ ਆਇਆ ਸੀ ਜਿਸ ਨੇ ਚੈੱਕ ਇਨ ਵੀ ਕੀਤਾ ਸੀ। ਆਸਟ੍ਰੇਲੀਆ ਦੀ ਫਲਾਈਟ ਨੂੰ ਤਾਂ ਚੱਲੇ ਹੋਏ ਨੂੰ 1 ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ।
ਉਸ ਲੜਕੀ ਦੀ ਗੱਲ ਸੁਣ ਕੇ ਦਰਸ਼ਨ ਸਿੰਘ ਜੀ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਕਹਿੰਦੇ, ਪਰ ਮੈਡਮ ਉਸੇ ਫਲਾਈਟ ਵਿੱਚ ਤਾਂ ਮੈਂ ਵੀ ਆਸਟ੍ਰੇਲੀਆ ਜਾਣਾ ਸੀ। ਮੈਨੂੰ ਲਏ ਬਿਨਾਂ ਹੀ ਫਲਾਈਟ ਕਿਵੇਂ ਚਲੀ ਗਈ? ਇਸ ਤਰ੍ਹਾਂ ਤਾਂ ਸੰਭਵ ਨਹੀਂ ਹੋ ਸਕਦਾ। ਅੰਕਲ ਜੀ, ਜਿੰਨੇ ਵੀ ਯਾਤਰੀ ਉਸ ਫਲਾਈਟ ਵਿੱਚ ਜਾਣ ਵਾਲੇ ਸੀ ਉਹ ਸਾਰੇ ਉਸੇ ਫਲਾਈਟ ਵਿੱਚ ਗਏ ਨੇ। ਕੋਈ ਇੱਕ ਵੀ ਯਾਤਰੀ ਨਹੀਂ ਛੁੱਟਿਆ। ਜੇਕਰ ਕੋਈ ਯਾਤਰੀ ਨਹੀਂ ਪਹੁੰਚਦਾ ਤਾਂ ਸਾਡੇ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ। ਲੜਕੀ ਨੇ ਕਿਹਾ ਤਾਂ ਦਰਸ਼ਨ ਸਿੰਘ ਜੀ ਰੋਣੀ ਆਵਾਜ਼ ਵਿੱਚ ਬੋਲੇ, ਤਾਂ ਕਿ ਮੇਰਾ ਪੁੱਤਰ ਮੈਨੂੰ ਲਏ ਬਿਨਾਂ ਹੀ ਆਸਟ੍ਰੇਲੀਆ ਚਲਾ ਗਿਆ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਉਸਨੇ ਮੇਰੀ ਟਿਕਟ ਲਈ ਹੀ ਨਹੀਂ ਸੀ। ਇਹ ਕਿਹੋ ਜਿਹੀ ਚਾਲਬਾਜ਼ੀ ਹੈ? ਦਰਸ਼ਨ ਸਿੰਘ ਜੀ ਦੇ ਪੈਰਾਂ ਥੱਲੋਂ ਜਿਵੇਂ ਜ਼ਮੀਨ ਹੀ ਖਿਸਕ ਗਈ। ਉਹ ਆਪਣਾ ਸਿਰ ਫੜ ਕੇ ਜ਼ਮੀਨ ਤੇ ਧੜਮ ਕਰਕੇ ਬੈਠ ਗਏ। ਸੋਚਣ ਲੱਗੇ ਕਿ ਮੇਰਾ ਪੁੱਤਰ ਇੰਨਾ ਕਠੋਰ ਹੋ ਸਕਦਾ ਹੈ, ਜਿਸ ਨੂੰ ਪੜ੍ਹਾਉਣ ਲਿਖਾਉਣ ਲਈ ਅਸੀਂ ਆਪਣੇ ਜੀਵਨ ਦੇ ਸੁਨਹਿਰੇ ਦਿਨਾਂ ਨੂੰ ਵੀ ਪਸੀਨੋ ਪਸੀਨੀ ਕਰ ਦਿੱਤਾ। ਆਪਣੀਆਂ ਖੁਸ਼ੀਆਂ ਨੂੰ ਉਸ ਦਾ ਜੀਵਨ ਸਵਾਰਨ ਲਈ ਹੀ ਵਾਰ ਦਿੱਤਾ। ਕਰਤਾਰ ਕੌਰ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਆਪਣੇ ਬੁਢਾਪੇ ਲਈ ਵੀ ਸਾਨੂੰ ਕੁਝ ਬਚਾ ਕੇ ਰੱਖਣਾ ਚਾਹੀਦਾ ਹੈ, ਪਰ ਮੇਰਾ ਇੱਕ ਹੀ ਜਵਾਬ ਹੁੰਦਾ ਸੀ, ਲੈ ਦੇ ਕੇ ਰਾਜਵਿੰਦਰ ਹੀ ਸਾਡਾ ਇੱਕ ਇਕਲੌਤਾ ਪੁੱਤਰ ਹੈ। ਜੇਕਰ ਅਸੀਂ ਉਸ ਦੀ ਸੁੱਖ ਸੁਵਿਧਾਵਾਂ ਦਾ ਧਿਆਨ ਨਹੀਂ ਰੱਖਾਂਗੇ ਤਾਂ ਹੋਰ ਕੌਣ ਰੱਖੂਗਾ? ਉਹ ਇੱਕ ਖਿਡੌਣਾ ਮੰਗਦਾ ਸੀ ਤਾਂ ਮੈਂ 2 ਲਿਆ ਕੇ ਦਿੰਦਾ ਸੀ। ਉਸ ਦੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦੀ ਜਿੱਦ ਪੂਰੀ ਕਰਨ ਲਈ ਪੈਸੇ ਇਕੱਠੇ ਕਰਨ ਦੀ ਖਾਤਰ ਪਤਾ ਨਹੀਂ ਮੈਂ ਕਿੰਨੇ ਪਾਪੜ ਵੇਲੇ ਸੀ, ਕਿੰਨੇ ਹੀ ਲੋਕਾਂ ਮੂਹਰੇ ਹੱਥ ਅੱਡੇ ਸੀ। ਮੇਰੇ ਮਨ ਵਿੱਚ ਬਸ ਆਪਣੇ ਪੁੱਤਰ ਦੀ ਗੱਲ ਪੂਰੀ ਕਰਨ ਦੀ ਧੁਨ ਲੱਗੀ ਹੋਈ ਸੀ ਕਿ ਉਹ ਕਿਸੇ ਤਰ੍ਹਾਂ ਵਿਦੇਸ਼ ਚਲਾ ਜਾਵੇ। ਇਸ ਗੱਲ ਨੂੰ ਲੈ ਕੇ ਮੈਂ ਆਪਣੇ ਵੱਡੇ ਭਰਾ ਨਾਲ ਵੀ ਲੜ ਪਿਆ ਸੀ, ਕਿਉਂਕਿ ਉਸਨੇ ਮੇਰੀ ਕੋਈ ਵੀ ਮਦਦ ਕਰਨ ਤੋਂ ਮਨਾ ਕਰ ਦਿੱਤਾ ਸੀ। ਉਹ ਕਹਿੰਦਾ ਸੀ, ਜਦੋਂ ਤੇਰੇ ਹੱਥ ਨਹੀਂ ਅੜਦੇ ਤਾਂ ਵਿਦੇਸ਼ ਕਿਉਂ ਭੇਜ ਰਿਹਾ ਏ? ਕਿ ਆਪਣੇ ਦੇਸ਼ ਵਿੱਚ ਪੜ੍ਹਾਈ ਨਹੀਂ ਹੁੰਦੀ? ਕਿ ਇੱਥੇ ਪੜ੍ਹ ਕੇ ਬੱਚੇ ਨੌਕਰੀ ਨਹੀਂ ਕਰਦੇ? ਜਿੰਨੀ ਚਾਦਰ ਹੋਵੇ ਓਨੇ ਹੀ ਪੈਰ ਪਸਾਰਨੇ ਚਾਹੀਦੇ ਆ। ਆਪਣੇ ਭਰਾ ਦੇ ਇਸ ਵਿਵਹਾਰ ਤੋਂ ਮੈਨੂੰ ਬਹੁਤ ਤਕਲੀਫ ਹੋਈ ਸੀ। ਉਸੇ ਦਿਨ ਮੈਂ ਮਨ ਹੀ ਮਨ ਵਿੱਚ ਸੋਚ ਲਿਆ ਸੀ ਕਿ ਹੁਣ ਮਦਦ ਦੇ ਲਈ ਆਪਣੇ ਭਰਾ ਦੇ ਦਰਵਾਜ਼ੇ ਤੇ ਪੈਰ ਨਹੀਂ ਰੱਖੂੰਗਾ। ਉਦੋਂ ਤੋਂ ਹੀ ਸਾਡੇ ਦੋਵਾਂ ਭਰਾਵਾਂ ਦੇ ਵਿੱਚ ਕੁੜੱਤਣ ਆ ਗਈ ਸੀ। ਪਰ ਜੇਕਰ ਦੇਖਿਆ ਜਾਵੇ ਉਸਨੇ ਕੁਝ ਗਲਤ ਵੀ ਨਹੀਂ ਕਿਹਾ ਸੀ। ਜਿਸ ਪੁੱਤਰ ਦੇ ਕਾਰਨ ਮੈਂ ਆਪਣੇ ਭਰਾ ਨਾਲ ਸੰਬੰਧ ਤੋੜ ਲਏ ਸੀ, ਅੱਜ ਉਹੀ ਪੁੱਤਰ ਮੈਨੂੰ ਇਸ ਸਮੇਂ ਬੇਸਹਾਰਾ ਛੱਡ ਕੇ ਧੋਖਾ ਦੇ ਕੇ ਚਲਾ ਗਿਆ, ਜਿਸ ਸਮੇਂ ਵਿੱਚ ਮੈਨੂੰ ਉਸਦੇ ਸਹਾਰੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਸਿਕਿਉਰਿਟੀ ਕਰਮਚਾਰੀ ਦੀ ਆਵਾਜ਼ ਸੁਣ ਕੇ ਦਰਸ਼ਨ ਸਿੰਘ ਜੀ ਦਾ ਧਿਆਨ ਟੁੱਟਿਆ। ਉਹ ਕਰਮਚਾਰੀ ਉਹਨਾਂ ਨੂੰ ਪੁੱਛਣ ਲੱਗਾ, ਸਰ ਤੁਸੀਂ ਕਿੱਥੇ ਜਾਣਾ ਹੈ? ਮੈਂ ਦੇਖ ਰਿਹਾ ਹਾਂ ਤੁਸੀਂ ਕਾਫੀ ਸਮੇਂ ਤੋਂ ਇੱਥੇ ਹੀ ਬੈਠੇ ਹੋ। ਬੇਟਾ ਮੈਂ ਕਿੱਥੇ ਜਾਊਂਗਾ? ਮੇਰਾ ਤਾਂ ਕੋਈ ਠਿਕਾਣਾ ਹੀ ਨਹੀਂ ਰਿਹਾ। ਮੈਂ ਤਾਂ ਬਸ ਆਪਣੇ ਪੁੱਤਰ ਨਾਲ ਆਸਟ੍ਰੇਲੀਆ ਜਾਣਾ ਸੀ, ਪਰ ਉਹ ਤਾਂ ਮੈਨੂੰ ਛੱਡ ਕੇ ਚਲਾ ਗਿਆ। ਹੁਣ ਮੇਰੀ ਕਿਸਮਤ ਮੈਨੂੰ ਕਿੱਥੇ ਲੈ ਕੇ ਜਾਊਗੀ, ਇਹ ਤਾਂ ਮੈਨੂੰ ਵੀ ਨਹੀਂ ਪਤਾ। ਇੰਨਾ ਕਹਿ ਕੇ ਦਰਸ਼ਨ ਸਿੰਘ ਜੀ ਕੋਲ ਰੱਖੇ ਹੋਏ ਬੈਂਚ ਦਾ ਸਹਾਰਾ ਲੈ ਕੇ ਖੜੇ ਹੋ ਗਏ। ਉਹਨਾਂ ਨੂੰ ਉਸ ਸਮੇਂ ਕੁਝ ਵੀ ਨਹੀਂ ਸੀ ਸੁੱਝ ਰਿਹਾ। ਦੁਖੀ ਦਿਲ ਨਾਲ ਉਹ 에ਅਰਪੋਰਟ ਤੋਂ ਬਾਹਰ ਨਿਕਲ ਆਏ ਤੇ ਸੋਚਣ ਲੱਗੇ ਕਿ ਹਾਏ ਓ ਰੱਬਾ, ਇਹੋ ਜਿਹੀ ਮੁਸੀਬਤ ਦੀ ਘੜੀ ਵਿੱਚ ਮੈਂ ਕਿੱਥੇ ਜਾਊਂਗਾ? ਮੈਨੂੰ ਕੌਣ ਸਹਾਰਾ ਦਊਗਾ? ਹੁਣ ਤਾਂ ਮੇਰਾ ਘਰ ਵੀ ਮੇਰੇ ਕੋਲ ਨਹੀਂ ਰਿਹਾ। ਕੀ ਮੈਂ ਆਪਣੇ ਭਰਾ ਦੇ ਕੋਲ ਜਾਵਾਂ? ਕੀ ਉਹ ਮੇਰੀ ਮਦਦ ਕਰੂਗਾ? ਕਿ ਉਸਨੇ ਮੈਨੂੰ ਮਾਫ ਕਰ ਦਿੱਤਾ ਹੋਊਗਾ? ਪਰ ਹੁਣ ਕੋਈ ਚਾਰਾ ਵੀ ਨਹੀਂ ਸੀ। ਉਸਦੇ ਸਾਹਮਣੇ ਰੋਊਂਗਾ, ਉਸਦੇ ਪੈਰੀ ਡਿੱਗੂੰਗਾ, ਆਪਣੀ ਮਜਬੂਰੀ ਦੱਸੂੰਗਾ ਤਾਂ ਸ਼ਾਇਦ ਉਸਦਾ ਮਨ ਪਿਘਲ ਹੀ ਜਾਵੇ। ਇੱਕ ਵਾਰ ਜਾ ਕੇ ਦੇਖਦਾ ਹਾਂ। ਇਹ ਸੋਚਦੇ ਹੋਏ ਉਹ ਬੱਸ ਫੜਨ ਲਈ ਅੱਗੇ ਵਧੇ। ਕਰੀਬ 2 ਘੰਟੇ ਬਾਅਦ ਉਹ ਆਪਣੇ ਭਰਾ ਦੇ ਘਰ ਪਹੁੰਚ ਗਏ। ਬੈਲ ਵਜਾਈ
ਤਾਂ ਉਹਨਾਂ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ ਕਿ ਕਿਸ ਨੂੰ ਮਿਲਣਾ ਹੈ। ਗੁਰਮੇਲ ਭਰਾ ਘਰ ਵਿੱਚ ਹੀ ਨੇ। ਹਾਂਜੀ ਹੈਗੇ ਨੇ, ਪਰ ਤੁਸੀਂ ਕੌਣ ਹੋ? ਉਹਨਾਂ ਨੂੰ ਕਹੋ ਕਿ ਉਹਨਾਂ ਦਾ ਭਰਾ ਆਇਆ ਹੈ। ਉਸੇ ਸਮੇਂ ਗੁਰਮੇਲ ਸਿੰਘ ਜੀ ਵੀ ਬਾਹਰ ਆਏ ਤੇ ਆਪਣੇ ਛੋਟੇ ਭਰਾ ਨੂੰ ਇਸ ਹਾਲਤ ਵਿੱਚ ਦੇਖ ਕੇ ਹੈਰਾਨ ਰਹਿ ਗਏ। ਦਰਸ਼ਨ ਸਿੰਘ ਜੀ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਰੋਣ ਲੱਗੇ। ਗੁਰਮੇਲ ਸਿੰਘ ਜੀ ਉਹਨਾਂ ਨੂੰ ਅੰਦਰ ਲੈ ਕੇ ਆਏ ਤੇ ਆਪਣੇ ਭਰਾ ਤੋਂ ਉਸ ਦੀ ਇਸ ਹਾਲਤ ਦਾ ਕਾਰਨ ਪੁੱਛਿਆ, ਪਰ ਦਰਸ਼ਨ ਸਿੰਘ ਜੀ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸਨ। ਉਹਨਾਂ ਦਾ ਮਨ ਕਰ ਰਿਹਾ ਸੀ ਕਿ ਆਪਣੇ ਭਰਾ ਦੇ ਮੋਢੇ ਤੇ ਸਿਰ ਰੱਖ ਕੇ ਜੀ ਭਰ ਕੇ ਰੋ ਲੈਣ। ਉਹਨਾਂ ਦੀਆਂ ਅੱਖਾਂ ਵਿੱਚੋਂ ਤ੍ਰਿਪ ਹੰਝੂ ਵਗ ਰਹੇ ਸੀ। ਗੁਰਮੇਲ ਸਿੰਘ ਨੇ ਨੌਕਰਾਣੀ ਨੂੰ ਤੁਰੰਤ ਪਾਣੀ ਲੈ ਕੇ ਆਉਣ ਨੂੰ ਕਿਹਾ। ਦਰਸ਼ਨ ਆਖਰ ਗੱਲ ਕੀ ਹੈ? ਤੂੰ ਇਸ ਤਰ੍ਹਾਂ ਕਿਉਂ ਰੋ ਰਿਹਾ ਏ ਤੇ ਇਹ ਕੀ ਹਾਲਤ ਬਣਾ ਰੱਖੀ ਏ ਤੂੰ? ਆ ਲੈ ਪਹਿਲਾਂ ਥੋੜਾ ਜਿਹਾ ਪਾਣੀ ਪੀ ਲੈ, ਸ਼ਾਂਤ ਹੋ ਜਾ। ਹੁਣ ਤੂੰ ਆਪਣੇ ਘਰ ਵਿੱਚ ਹੀ ਹੈ, ਆਪਣੇ ਭਰਾ ਦੇ ਕੋਲ। ਦਰਸ਼ਨ ਸਿੰਘ ਜੀ ਨੇ ਇੱਕ ਡੂੰਘਾ ਸਾਹ ਲੈਂਦੇ ਹੋਏ ਥੋੜਾ ਜਿਹਾ ਪਾਣੀ ਪੀਤਾ ਤੇ ਬੋਲੇ, ਮੈਂ ਕੀ ਦੱਸਾਂ ਤੁਹਾਨੂੰ, ਇਸ ਉਮਰ ਵਿੱਚ ਆ ਕੇ ਮੇਰੇ ਪੁੱਤਰ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇੱਕ ਦਿਨ ਅਜਿਹਾ ਦਿਨ ਵੀ ਮੈਨੂੰ ਦੇਖਣਾ ਪਵੇਗਾ ਜਿੱਥੇ ਚਾਰੇ ਪਾਸੇ ਸਿਰਫ ਹਨੇਰਾ ਹੀ ਹਨੇਰਾ ਦਿਸੇਗਾ। ਮੈਂ ਕੁਝ ਸਮਝਿਆ ਨਹੀਂ। ਤੂੰ ਕਹਾਣੀਆਂ ਨਾ ਬਣਾ। ਤੇਰੀ ਇਹ ਹਾਲਤ ਦੇਖ ਕੇ ਪਤਾ ਨਹੀਂ ਮੇਰੇ ਮਨ ਵਿੱਚ ਕਿੰਨੇ ਹੀ ਸਵਾਲ ਉੱਠ ਰਹੇ ਨੇ। ਗੁਰਮੇਲ ਸਿੰਘ ਜੀ ਨੇ ਪੁੱਛਿਆ ਤਾਂ ਦਰਸ਼ਨ ਸਿੰਘ ਜੀ ਨੇ ਸਾਰੀ ਘਟਨਾ ਉਹਨਾਂ ਦੇ ਸਾਹਮਣੇ ਬਿਆਨ ਕਰ ਦਿੱਤੀ। ਗੁਰਮੇਲ ਸਿੰਘ ਜੀ ਨੇ ਡੂੰਘਾ ਸਾਹ ਲੈਂਦੇ ਹੋਏ ਉਹਨਾਂ ਦੀ ਇੱਕ ਗੱਲ ਪੂਰੇ ਧਿਆਨ ਨਾਲ ਸੁਣੀ ਤੇ ਕਿਹਾ, ਇਹ ਕੀ ਆ ਯਾਰ? ਤੂੰ ਆਪਣੇ ਪੁੱਤਰ ਨੂੰ ਪੜ੍ਹਾਉਣ ਲਿਖਾਉਣ ਲਈ, ਇੱਕ ਚੰਗਾ ਇਨਸਾਨ ਬਣਾਉਣ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ ਤੇ ਤੇਰੇ ਨਾਲ ਇਹੋ ਜਿਹਾ ਸਲੂਕ ਕਿ ਮਾਂ-ਬਾਪ ਇਹੀ ਦਿਨ ਦੇਖਣ ਲਈ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਨੇ। ਕਿੰਨੇ ਮਤਲਬੀ ਹੋ ਗਏ ਨੇ ਅੱਜ ਕੱਲ ਦੇ ਬੱਚੇ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ। ਇਸ ਉਮਰ ਵਿੱਚ ਮੈਂ ਕਿਤੇ ਨੌਕਰੀ ਕਰਨ ਵੀ ਨਹੀਂ ਜਾ ਸਕਦਾ। ਚੰਗਾ ਹੋਵੇਗਾ ਕਿ ਮੈਨੂੰ ਕਿਸੇ ਬਿਰਧ ਆਸ਼ਰਮ ਭੇਜ ਦਿਓ। ਤੂੰ ਇਹ ਕੀ ਕਹਿ ਰਿਹਾ ਹੈ ਦਰਸ਼ਨ? ਆਤਮ ਸਨਮਾਨ ਦੇ ਲਈ ਸਿਰ ਉੱਚਾ ਕਰਕੇ ਜਿਉਣ ਵਾਲਾ ਇਨਸਾਨ ਅੱਜ ਬਿਰਧ ਆਸ਼ਰਮ ਜਾਣ ਦੀ ਗੱਲ ਕਰ ਰਿਹਾ ਏ। ਇਹ ਤੇਰਾ ਹੀ ਘਰ ਹੈ। ਆਪਣੀ ਧੀ ਦਾ ਵਿਆਹ ਕਰਨ ਤੋਂ ਬਾਅਦ ਜਦੋਂ ਤੋਂ ਤੇਰੀ ਭਰਜਾਈ ਇਹ ਦੁਨੀਆ ਛੱਡ ਕੇ ਗਈ ਹੈ, ਉਸ ਤੋਂ ਬਾਅਦ ਮੈਂ ਵੀ ਇਕੱਲਾ ਹੋ ਗਿਆ ਹਾਂ। ਹੁਣ ਤੂੰ ਆ ਗਿਆ ਹੈ ਤਾਂ ਸਾਡਾ ਦੋਨਾਂ ਦਾ ਸਮਾਂ ਆਰਾਮ ਨਾਲ ਨਿਕਲੂਗਾ। ਆਪਣੇ ਵੱਡੇ ਭਰਾ ਦੀਆਂ ਗੱਲਾਂ ਸੁਣ ਕੇ ਦਰਸ਼ਨ ਸਿੰਘ ਜੀ ਨੂੰ ਕੁਝ ਸਹਾਰਾ ਮਿਲਿਆ, ਪਰ ਉਹ ਉਹਨਾਂ ਤੇ ਬੋਝ ਨਹੀਂ ਬਣਨਾ ਚਾਹੁੰਦੇ ਸੀ। ਇਸ ਲਈ ਉਹ ਹਜੇ ਵੀ ਪਰੇਸ਼ਾਨ ਸਨ। ਹਜੇ ਦੋਨਾਂ ਭਰਾਵਾਂ ਵਿੱਚ ਇਹ ਗੱਲਾਂ ਚੱਲ ਹੀ ਰਹੀਆਂ ਸੀ ਕਿ ਡੋਰਬੈਲ ਵੱਜੀ ਤਾਂ ਦੇਖਿਆ ਕਿ ਗੁਰਮੇਲ ਸਿੰਘ ਜੀ ਦੀ ਬੇਟੀ ਸੁਰਿੰਦਰ ਕੁਝ ਦਿਨਾਂ ਦੇ ਲਈ ਉਹਨਾਂ ਦੇ ਕੋਲ ਰਹਿਣ ਆਈ ਸੀ। ਇੰਨੇ ਸਾਲਾਂ ਬਾਅਦ ਆਪਣੇ ਚਾਚਾ ਜੀ ਨੂੰ ਇਸ ਘਰ ਵਿੱਚ ਦੇਖ ਕੇ ਉਸ ਨੂੰ ਥੋੜਾ ਅਚੰਭਾ ਲੱਗਿਆ। ਸੁਰਿੰਦਰ ਉਹਨਾਂ ਦੇ ਕੋਲ ਆ ਕੇ ਉਹਨਾਂ ਦਾ ਹਾਲ ਚਾਲ ਪੁੱਛਣ ਲੱਗੀ, ਪਰੰਤੂ ਜਦੋਂ ਉਹਨਾਂ ਨੂੰ ਉਸ ਦੀ ਹਾਲਤ ਦੀ ਜਾਣਕਾਰੀ ਮਿਲੀ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਤੇ ਹੈਰਾਨੀ ਵੀ ਕਿ ਰਾਜਵਿੰਦਰ ਚਾਚਾ ਜੀ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ। ਅਗਲੇ ਦਿਨ ਸੁਰਿੰਦਰ ਨੇ ਆਪਣੇ ਪਿਤਾ ਜੀ ਤੇ ਚਾਚੇ ਜੀ ਦੇ ਲਈ ਬਹੁਤ ਹੀ ਸਵਾਦ ਖਾਣਾ ਬਣਾਇਆ ਤੇ ਉਹਨਾਂ ਨੂੰ ਖਾਣ ਲਈ ਪਰੋਸਿਆ ਤੇ ਫਿਰ ਇੱਕ ਅਲੱਗ ਕਮਰੇ ਵਿੱਚ ਚਲੀ ਗਈ। ਦਰਸ਼ਨ ਸਿੰਘ ਜੀ ਨੇ ਦੇਖਿਆ ਕਿ ਸੁਰਿੰਦਰ ਫੋਨ ਤੇ ਹੀ ਆਨਲਾਈਨ ਕਲਾਸ ਲੈ ਰਹੀ ਸੀ। ਉਸ ਨੂੰ ਆਨਲਾਈਨ ਕਲਾਸ ਲੈਂਦੇ ਦੇਖ ਕੇ ਦਰਸ਼ਨ ਸਿੰਘ ਜੀ ਦੇ ਮਨ ਵਿੱਚ ਕੁਝ ਖਿਆਲ ਆਇਆ ਤੇ ਜਦੋਂ ਸੁਰਿੰਦਰ ਬਾਹਰ ਆਈ ਤਾਂ ਉਹਨਾਂ ਨੇ ਸੁਰਿੰਦਰ ਨੂੰ ਕਿਹਾ ਕਿ ਬੇਟੇ ਇੱਕ ਗੱਲ ਤਾਂ ਦੱਸ,
ਮੈਂ ਵੀ ਆਨਲਾਈਨ ਕਲਾਸ ਲੈ ਸਕਦਾ ਹਾਂ। ਘਰ ਬੈਠੇ-ਬੈਠੇ ਆਪਣੇ ਪੁੱਤਰ ਦੇ ਬਾਰੇ ਵਿੱਚ ਸੋਚ ਕੇ ਪਰੇਸ਼ਾਨ ਹੋਣ ਤੋਂ ਚੰਗਾ ਹੈ ਕਿ ਮੈਂ ਕਿਸੇ ਕੰਮ ਵਿੱਚ ਬਿਜੀ ਹੋ ਜਾਵਾਂ। ਉਹਨਾਂ ਦੀ ਗੱਲ ਸੁਣ ਕੇ ਸੁਰਿੰਦਰ ਬੋਲੀ, ਕਿਉਂ ਨਹੀਂ ਚਾਚਾ ਜੀ, ਅੱਜ ਕੱਲ ਤਾਂ ਆਨਲਾਈਨ ਕਲਾਸਾਂ ਦਾ ਹੀ ਜ਼ਮਾਨਾ ਹੈ। ਨਾ ਤਾਂ ਤੁਹਾਨੂੰ ਸਕੂਲ ਜਾਣਾ ਪਵੇਗਾ, ਨਾ ਹੀ ਸਕੂਲ ਦੀ ਤਰ੍ਹਾਂ ਘੰਟੇ-ਘੰਟੇ ਖੜ ਕੇ ਪੜਾਉਣਾ ਪਊਗਾ। ਤੁਸੀਂ ਆਪਣੀ ਸਹੂਲਤ ਦੇ ਅਨੁਸਾਰ ਬੱਚਿਆਂ ਨੂੰ ਪੜ੍ਹਾ ਸਕਦੇ ਹੋ। ਵੈਸੇ ਵੀ ਤੁਸੀਂ ਤਾਂ ਗਣਿਤ ਵਿਸ਼ੇ ਦੇ ਬਹੁਤ ਚੰਗੇ ਅਧਿਆਪਕ ਰਹਿ ਚੁੱਕੇ ਹੋ। ਸੁਰਿੰਦਰ ਨੇ ਦਰਸ਼ਨ ਸਿੰਘ ਜੀ ਦਾ ਆਨਲਾਈਨ ਰੈਜ਼ੂਮੇ ਬਣਾ ਕੇ ਆਪਣੇ ਸਕੂਲ ਵਿੱਚ ਭੇਜ ਦਿੱਤਾ। ਕੁਝ ਹੀ ਸਮੇਂ ਵਿੱਚ ਉਹਨਾਂ ਨੂੰ ਡਿਊਟੀ ਤੇ ਰੱਖ ਲਿਆ ਗਿਆ। ਹੁਣ ਉਹਨਾਂ ਨੂੰ ਆਨਲਾਈਨ ਪੜਾਉਣ ਦੇ ਚੰਗੇ ਪੈਸੇ ਮਿਲਣ ਲੱਗੇ ਸੀ। ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਆਪਣੇ ਫੋਨ ਤੋਂ ਹੀ ਬੱਚਿਆਂ ਨੂੰ ਆਨਲਾਈਨ ਪੜਾਉਂਦੇ ਤੇ ਆਪਣਾ ਖਰਚਾ ਖੁਦ ਹੀ ਕੱਢ ਲੈਂਦੇ ਸੀ। ਹੁਣ ਉਹਨਾਂ ਨੂੰ ਜਿਉਣ ਦਾ ਮਕਸਦ ਮਿਲ ਚੁੱਕਿਆ ਸੀ। ਉਹ ਪਹਿਲਾਂ ਤੋਂ ਜ਼ਿਆਦਾ ਚੁਸਤ ਤੇ ਤੰਦਰੁਸਤ ਰਹਿਣ ਲੱਗੇ ਸੀ। ਹੁਣ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ, ਪਰ ਉਹ ਗਰੀਬ ਬੱਚਿਆਂ ਦੇ ਲਈ ਕੁਝ ਕਰਨਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਬੱਚਿਆਂ ਦੇ ਲਈ ਆਪਣਾ ਕੋਚਿੰਗ ਸੈਂਟਰ ਖੋਲ੍ਹਣ ਦੇ ਬਾਰੇ ਵਿੱਚ ਸੋਚਿਆ। ਇਸ ਕੰਮ ਵਿੱਚ ਵੀ ਉਹਨਾਂ ਦੀ ਭਤੀਜੀ ਸੁਰਿੰਦਰ ਨੇ ਉਹਨਾਂ ਦੀ ਪੂਰੀ ਮਦਦ ਕੀਤੀ। ਸੁਰਿੰਦਰ ਦੀ ਮਦਦ ਨਾਲ ਉਹਨਾਂ ਨੇ ਇੱਕ ਜਗ੍ਹਾ ਕਿਰਾਏ ਤੇ ਲਈ, ਜਿੱਥੇ ਉਹਨਾਂ ਨੇ ਆਪਣਾ ਇੱਕ ਕੋਚਿੰਗ ਸੈਂਟਰ ਖੋਲ੍ਹ ਲਿਆ। ਗਣਿਤ ਵਿਸ਼ੇ ਤੋਂ ਬਿਨਾਂ ਵੀ ਬਾਕੀ ਵਿਸ਼ਿਆਂ ਦੀ ਕੋਚਿੰਗ ਦਿੱਤੀ ਜਾਣ ਲੱਗੀ ਤੇ ਉਸ ਲਈ ਉਹਨਾਂ ਨੇ ਹੋਰ ਅਧਿਆਪਕ ਵੀ ਰੱਖ ਲਏ। ਉਹਨਾਂ ਦੇ ਕੋਚਿੰਗ ਸੈਂਟਰ ਦੀ ਫੀਸ ਬਹੁਤੀ ਕੋਈ ਜ਼ਿਆਦਾ ਨਹੀਂ ਸੀ ਤੇ ਜੋ ਬੱਚੇ ਫੀਸ ਨਹੀਂ ਵੀ ਦੇ ਸਕਦੇ ਸੀ ਉਹ ਵੀ ਫ੍ਰੀ ਵਿੱਚ ਪੜ੍ਹ ਸਕਦੇ ਸੀ, ਜਿਸ ਕਾਰਨ ਉਹਨਾਂ ਦੇ ਕੋਚਿੰਗ ਸੈਂਟਰ ਦੀ ਮਸ਼ਹੂਰੀ ਵਧਣ ਲੱਗੀ। ਦਰਸ਼ਨ ਸਿੰਘ ਜੀ ਦੇ ਇਸ ਸ਼ਲਾਘਾਯੋਗ ਕੰਮ ਨੂੰ ਦੇਖਦੇ ਹੋਏ ਹੁਣ ਉਹਨਾਂ ਦੀ ਮਦਦ ਦੇ ਲਈ ਕੁਝ NGO ਵੀ ਉਹਨਾਂ ਦੇ ਨਾਲ ਆ ਗਏ, ਜਿਨ੍ਹਾਂ ਨੇ ਉਹਨਾਂ ਦੇ ਕੋਚਿੰਗ ਸੈਂਟਰ ਦੇ ਲਈ ਕੁਝ ਜ਼ਿਆਦਾ ਜਗ੍ਹਾ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਦੇ ਦਿੱਤਾ ਸੀ। ਇੱਕ ਹੀ ਸਾਲ ਵਿੱਚ ਉਹਨਾਂ ਦਾ ਕੋਚਿੰਗ ਸੈਂਟਰ ਇੱਕ ਵੱਡੇ ਇੰਸਟੀਚਿਊਟ ਦਾ ਰੂਪ ਲੈ ਚੁੱਕਾ ਸੀ। ਪਰ ਕਹਿੰਦੇ ਨੇ ਕਿ ਕਰਮਾਂ ਦਾ ਫਲ ਤਾਂ ਮਿਲਦਾ ਹੀ ਮਿਲਦਾ ਏ, ਅੱਜ ਨਹੀਂ ਤਾਂ ਕੱਲ, ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ। ਰਾਜਵਿੰਦਰ ਨੇ ਜੋ ਧੋਖਾ ਆਪਣੇ ਪਿਤਾ ਦੇ ਨਾਲ ਕੀਤਾ ਸੀ, ਫਿਰ ਉਹ ਉਸ ਧੋਖੇ ਦੇ ਫਲ ਤੋਂ ਕਿਸ ਤਰ੍ਹਾਂ ਬਚ ਸਕਦਾ ਸੀ। ਆਪਣੇ ਜਿਸ ਦੋਸਤ ਦੇ ਨਾਲ ਪਾਰਟਨਰਸ਼ਿਪ ਕਰਨ ਦੇ ਲਈ ਉਸਨੇ ਆਪਣੇ ਪਿਤਾ ਤੋਂ ਧੋਖੇਧੜੀ ਨਾਲ ਪੈਸੇ ਹਥਿਆ ਲਏ ਸੀ, ਉਸ ਦੋਸਤ ਨੇ ਉਸਨੂੰ ਪਾਰਟਨਰਸ਼ਿਪ ਦਾ ਝਾਂਸਾ ਦੇ ਕੇ ਉਸ ਦੇ ਸਾਰੇ ਪੈਸੇ ਹੜੱਪ ਲਏ। ਪਾਰਟਨਰਸ਼ਿਪ ਵਿੱਚ ਬਿਜ਼ਨਸ ਸ਼ੁਰੂ ਕਰਨ ਦੇ ਲਈ ਉਸਨੇ ਨੌਕਰੀ ਤਾਂ ਪਹਿਲਾਂ ਹੀ ਛੱਡ ਦਿੱਤੀ ਸੀ ਤੇ ਹੁਣ ਉਸਨੂੰ ਕਿਤੇ ਵੀ ਨੌਕਰੀ ਨਹੀਂ ਸੀ ਮਿਲ ਰਹੀ। ਆਖਿਰ ਵਿਦੇਸ਼ੀ ਧਰਤੀ ਤੇ ਬਿਨਾਂ ਪੈਸਿਆਂ ਤੋਂ ਕਿੰਨੇ ਦਿਨ ਤੱਕ ਰਹਿ ਸਕਦਾ ਸੀ। ਜੋ ਥੋੜੇ ਬਹੁਤੇ ਪੈਸੇ ਬਚੇ ਹੋਏ ਸਨ, ਉਹਨਾਂ ਨਾਲ ਆਪਣੀਆਂ ਟਿਕਟਾਂ ਦਾ ਇੰਤਜ਼ਾਮ ਕਰਕੇ ਉਹ ਪਰਿਵਾਰ ਸਮੇਤ ਇੰਡੀਆ ਆ ਗਿਆ। ਇੰਡੀਆ ਆ ਕੇ ਰਾਜਵਿੰਦਰ ਆਪਣੀ ਪਤਨੀ ਤੇ ਬੱਚਿਆਂ ਨਾਲ ਆਪਣੇ ਸਹੁਰੇ ਜਾ ਕੇ ਰਹਿਣ ਲੱਗਾ। ਉਹ ਆਪਣੇ ਲਈ ਨੌਕਰੀ ਲੱਭ ਰਿਹਾ ਸੀ, ਪਰ ਕੋਈ ਵੱਡੀ ਨੌਕਰੀ ਉਸਨੂੰ ਨਹੀਂ ਸੀ ਮਿਲ ਰਹੀ। ਛੋਟੀ ਨੌਕਰੀ ਉਸਨੂੰ ਆਪਣੇ ਸਟੈਂਡਰਡ ਦੀ ਨਹੀਂ ਸੀ ਲੱਗਦੀ ਤੇ ਸਹੁਰਿਆਂ ਵਾਲੇ ਵੀ ਆਖਿਰ ਬੇਰੁਜ਼ਗਾਰ ਜਵਾਈ ਨੂੰ ਕਿੰਨੇ ਦਿਨ ਇੱਜ਼ਤ ਦਿੰਦੇ। ਹੁਣ ਉਸਨੂੰ ਮਹਿਸੂਸ ਹੋਣ ਲੱਗਾ ਕਿ ਸਹੁਰਿਆਂ ਵਿੱਚ ਉਸਨੂੰ ਬੋਝ ਸਮਝਿਆ ਜਾ ਰਿਹਾ ਏ। ਉਹ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਹੋ ਚੁੱਕਿਆ ਸੀ, ਪਰ ਉਹ ਕਰਦਾ ਵੀ ਕਿ ਇੱਕ ਦਿਨ ਜਦੋਂ ਉਸਨੇ ਪੜ੍ਹਨ ਦੇ ਲਈ ਅਖਬਾਰ ਚੁੱਕਿਆ ਤਾਂ ਉਸ ਅਖਬਾਰ ਵਿਚਲੀ ਖਬਰ ਤੇ ਆਪਣੇ ਪਿਤਾ ਦੀ ਫੋਟੋ ਨੂੰ ਦੇਖ ਕੇ ਹੈਰਾਨ ਰਹਿ ਗਿਆ। ਅਖਬਾਰ ਵਿੱਚ ਲਿਖਿਆ ਸੀ, ਅਕਸਰ ਮਿਹਨਤ ਕਰਨ ਵਾਲੇ ਪਰੇਸ਼ਾਨੀਆਂ ਤੋਂ ਨਹੀਂ ਡਰਦੇ, ਸਗੋਂ ਆਪਣੇ ਦਮ ਤੇ ਮੁਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਮਿਹਨਤ ਕਰਕੇ
ਆਪਣੇ ਆਪ ਨੂੰ ਫਿਰ ਤੋਂ ਆਤਮ ਨਿਰਭਰ ਬਣਾਉਣ ਦੀ ਇੱਕ ਮਿਸਾਲ ਹਨ ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ 65 ਸਾਲ ਦੀ ਉਮਰ ਵਿੱਚ ਆਪਣੇ ਅੰਦਰ ਦੇ ਅਧਿਆਪਕ ਨੂੰ ਮੁੜ ਜੀਵਿਤ ਕੀਤਾ ਤੇ ਅੱਜ ਦੇ ਬਜ਼ੁਰਗਾਂ ਦੇ ਲਈ ਪ੍ਰੇਰਨਾ ਦੀ ਇੱਕ ਮਿਸਾਲ ਕਾਇਮ ਕੀਤੀ। ਉਹ ਉਹਨਾਂ ਮਹਾਨ ਅਧਿਆਪਕਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਣ ਦਾ ਬੇੜਾ ਚੁੱਕਿਆ। ਉਹਨਾਂ ਦੇ ਇਸ ਸ਼ਲਾਘਾਯੋਗ ਕੰਮ ਨੂੰ ਦੇਖਦੇ ਹੋਏ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਨਾਮ ਦਿੱਤਾ ਜਾਣ ਵਾਲਾ ਹੈ। ਇਹ ਖਬਰ ਪੜ੍ਹ ਕੇ ਰਾਜਵਿੰਦਰ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ। ਉਹ ਹੈਰਾਨ ਸੀ ਕਿ ਆਪਣੇ ਜਿਸ ਪਿਤਾ ਨੂੰ ਉਹ ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਛੱਡ ਗਿਆ ਸੀ, ਅੱਜ ਉਹ ਆਪਣੇ ਦਮ ਤੇ ਇੰਨਾ ਵੱਡਾ ਪੁਰਸਕਾਰ ਪ੍ਰਾਪਤ ਕਰਨ ਜਾ ਰਹੇ ਨੇ। ਅਖਬਾਰ ਵਿੱਚ ਛਪੀ ਖਬਰ ਦੇ ਨਾਲ-ਨਾਲ ਉਹਨਾਂ ਦੇ ਕੋਚਿੰਗ ਸੈਂਟਰ ਦਾ ਨਾਮ ਤੇ ਪਤਾ ਵੀ ਲਿਖਿਆ ਹੋਇਆ ਸੀ। ਰਾਜਵਿੰਦਰ ਮਦਦ ਮੰਗਣ ਦੇ ਲਈ ਤੁਰੰਤ ਆਪਣੀ ਪਤਨੀ ਦੇ ਨਾਲ ਆਪਣੇ ਪਿਤਾ ਨੂੰ ਮਿਲਣ ਲਈ ਭੱਜਿਆ ਆਇਆ। ਉੱਥੇ ਪਹੁੰਚ ਕੇ ਦੇਖਿਆ ਤਾਂ ਉੱਥੇ ਇੱਕ ਬਹੁਤ ਵੱਡਾ ਇੰਸਟੀਚਿਊਟ ਬਣਿਆ ਹੋਇਆ ਸੀ। ਜਦੋਂ ਉਹ ਦੋਨੇ ਅੰਦਰ ਗਏ, ਗਾਰਡ ਨੇ ਪੁੱਛਿਆ ਤਾਂ ਉਹਨਾਂ ਨੇ ਗਾਰਡ ਨੂੰ ਦੱਸਿਆ ਕਿ ਉਹ ਦਰਸ਼ਨ ਸਿੰਘ ਜੀ ਨੂੰ ਮਿਲਣ ਆਏ ਨੇ। ਗਾਰਡ ਉਹਨਾਂ ਨੂੰ ਦਫ਼ਤਰ ਵਿੱਚ ਬਿਠਾ ਕੇ ਦਰਸ਼ਨ ਸਿੰਘ ਜੀ ਨੂੰ ਬੁਲਾਉਣ ਲਈ ਚਲਾ ਗਿਆ। ਜਿਵੇਂ ਹੀ ਦਰਸ਼ਨ ਸਿੰਘ ਜੀ ਦਫ਼ਤਰ ਵਿੱਚ ਆਏ ਤਾਂ ਉਹ ਰਾਜਵਿੰਦਰ ਨੂੰ ਦੇਖ ਕੇ ਹੈਰਾਨ ਸੀ। ਉਸਦੇ ਪਿਤਾ, ਜਿਨ੍ਹਾਂ ਦੇ ਚਿਹਰੇ ਤੇ ਕਦੇ ਲਾਚਾਰੀ ਤੇ ਬੇਵਸੀ ਝਲਕਦੀ ਸੀ, ਹੁਣ ਉਹਨਾਂ ਦੇ ਚਿਹਰੇ ਤੇ ਆਤਮ ਵਿਸ਼ਵਾਸ ਭਰੀ ਚਮਕ ਸੀ ਤੇ ਉਹਨਾਂ ਦੇ ਆਉਂਦੇ ਹੀ ਰਾਜਵਿੰਦਰ ਪੈਰਾਂ ਵਿੱਚ ਡਿੱਗ ਕੇ ਰੋਣ ਲੱਗਾ। ਦਰਸ਼ਨ ਸਿੰਘ ਜੀ ਆਪਣੇ ਬੇਟੇ ਰਾਜਵਿੰਦਰ ਨੂੰ ਆਪਣੇ ਪੈਰਾਂ ਵਿੱਚ ਅਚਾਨਕ ਦੇਖ ਕੇ ਹੈਰਾਨ ਰਹਿ ਗਏ। ਉਦੋਂ ਹੀ ਰਾਜਵਿੰਦਰ ਬੋਲਿਆ, ਡੈਡੀ ਜੀ, ਮੈਨੂੰ ਮਾਫ ਕਰ ਦਿਓ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਧੋਖੇ ਨਾਲ ਤੁਹਾਡਾ ਘਰ ਵੇਚ ਕੇ ਤੁਹਾਨੂੰ ਇਕੱਲਾ ਛੱਡ ਕੇ ਚਲਾ ਗਿਆ ਸੀ, ਪਰ ਉਸ ਦੀ ਸਜ਼ਾ ਮੈਨੂੰ ਰੱਬ ਨੇ ਦੇ ਦਿੱਤੀ ਹੈ। ਮੇਰੇ ਨਾਲ ਵੀ ਬਹੁਤ ਵੱਡਾ ਧੋਖਾ ਹੋਇਆ ਹੈ। ਹੁਣ ਮੈਨੂੰ ਸਿਰਫ ਤੁਹਾਡਾ ਹੀ ਸਹਾਰਾ ਹੈ। ਦਰਸ਼ਨ ਸਿੰਘ ਜੀ ਨੇ ਆਪਣੇ ਪੁੱਤਰ ਦੀ ਗੱਲ ਸੁਣ ਕੇ ਕਿਹਾ, ਬੇਟਾ, ਸ਼ਾਇਦ ਤੂੰ ਭੁੱਲ ਗਿਆ ਸੀ ਕਿ ਪਰਮਾਤਮਾ ਦੀ ਚਪੇੜ ਆਵਾਜ਼ ਨਹੀਂ ਕਰਦੀ, ਪਰ ਜਦੋਂ ਪੈਂਦੀ ਹੈ ਤਾਂ ਇਨਸਾਨ ਕਿਤੋਂ ਦਾ ਨਹੀਂ ਰਹਿੰਦਾ। ਤੇ ਜਿੱਥੋਂ ਤੱਕ ਰਹੀ ਗੱਲ ਮਾਫ ਕਰਨ ਦੀ, ਤਾਂ ਜੋ ਤੁਸੀਂ ਮੇਰੇ ਨਾਲ ਕੀਤਾ ਉਸ ਦੇ ਲਈ ਮੈਂ ਤੁਹਾਨੂੰ ਕਦੇ ਵੀ ਮਾਫ ਨਹੀਂ ਕਰ ਸਕਦਾ। ਤੁਸੀਂ ਇੱਕ ਬਜ਼ੁਰਗ ਪਿਤਾ ਦਾ ਵਿਸ਼ਵਾਸ ਤੋੜਿਆ ਹੈ। ਇੱਥੇ ਇਕੱਲਾ ਮਰਨ ਲਈ ਛੱਡ ਕੇ ਜਾਣ ਤੋਂ ਪਹਿਲਾਂ ਤੂੰ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ। ਉਹ ਘੱਟ ਤੋਂ ਘੱਟ ਇੰਨਾ ਤਾਂ ਸੋਚ ਲੈਂਦਾ ਕਿ ਤੇਰਾ ਬੁੱਢਾ ਬਾਪ ਕਿੱਥੇ ਰਹੂਗਾ, ਕੀ ਖਾਊਗਾ। ਪਾਸੇ ਤੂੰ ਆ ਤੇ ਇੱਕ ਪਾਸੇ ਮੇਰੇ ਭਰਾ ਗੁਰਮੇਲ ਸਿੰਘ ਦੀ ਬੇਟੀ ਸੁਰਿੰਦਰ, ਜੋ ਵਿਆਹੁਤਾ ਹੁੰਦੇ ਹੋਏ ਵੀ ਪਿਤਾ ਦਾ ਚੰਗੀ ਤਰ੍ਹਾਂ ਖਿਆਲ ਰੱਖਦੀ ਹੈ ਤੇ ਆਪਣਾ ਸਹੁਰਾ ਘਰ ਵੀ ਚੰਗੀ ਤਰ੍ਹਾਂ ਸੰਭਾਲਦੀ ਹੈ। ਉਦੋਂ ਹੀ ਉਹਨਾਂ ਦੀ ਨੂੰਹ ਨਕਲੀ ਹੰਝੂ ਕੱਢਦੇ ਹੋਏ ਬੋਲੀ, ਡੈਡੀ ਜੀ, ਹੁਣ ਜੋ ਹੋ ਗਿਆ ਸੋ ਹੋ ਗਿਆ। ਉਸ ਨੂੰ ਨਹੀਂ ਬਦਲਿਆ ਜਾ ਸਕਦਾ। ਪਰ ਤੁਸੀਂ ਨਹੀਂ ਜਾਣਦੇ ਅਸੀਂ ਕਿੰਨੀਆਂ ਮੁਸੀਬਤਾਂ ਵਿੱਚੋਂ ਲੰਘ ਰਹੇ ਹਾਂ। ਇੱਕ ਪੈਸੇ ਦੇ ਲਈ ਅਸੀਂ ਤਰਸ ਗਏ ਹਾਂ ਤੇ ਉੱਤੋਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਹੈ। ਤੁਸੀਂ ਹੀ ਦੱਸੋ ਅਸੀਂ ਕਿਵੇਂ ਗੁਜ਼ਾਰਾ ਕਰੀਏ। ਡੈਡੀ ਜੀ, ਜੇਕਰ ਤੁਸੀਂ ਸਾਡੀ ਕੁਝ ਮਦਦ ਕਰ ਦਿਓ ਤਾਂ। ਰਾਜਵਿੰਦਰ ਨੇ ਕਿਹਾ। ਦਰਸ਼ਨ ਸਿੰਘ ਜੀ ਨੇ ਸਾਫ਼ ਤੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਕਿ ਇੱਕ ਵਾਰ ਮੈਂ ਤੁਹਾਡੇ ਤੋਂ ਧੋਖਾ ਖਾ ਚੁੱਕਿਆ ਹਾਂ। ਇਸ ਤੋਂ ਜ਼ਿਆਦਾ ਧੋਖੇ ਖਾਣ ਦੀ ਹਿੰਮਤ ਮੇਰੇ ਵਿੱਚ ਨਹੀਂ ਹੈ। ਤੁਸੀਂ ਜੋ ਕਰਨਾ ਹੈ ਉਹ ਕਰੋ, ਪਰ ਜੋ ਪੈਸਾ ਮੈਂ ਕਮਾਉਂਦਾ ਹਾਂ, ਆਪਣੇ ਦਮ ਤੇ ਕਮਾਉਂਦਾ ਹਾਂ, ਉਹਨਾਂ ਪੈਸਿਆਂ ਵਿੱਚੋਂ ਇੱਕ ਪੈਸਾ ਵੀ ਤੁਹਾਨੂੰ ਦੇਣ ਲਈ ਮੇਰੇ ਕੋਲ ਨਹੀਂ ਹੈ। ਜੇਕਰ ਬੁਢਾਪੇ ਵਿੱਚ ਮੈਂ ਇੰਨਾ ਸਭ ਕੁਝ ਹਾਸਲ ਕਰ ਸਕਦਾ ਹਾਂ ਤਾਂ ਤੁਹਾਡੀ ਤਾਂ ਉਮਰ ਹੀ ਕੀ ਹੈ। ਖੁਦ ਪੈਸਾ ਕਮਾਓ ਤੇ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਉਹ ਤੁਸੀਂ ਆਪ ਦੇਖੋ।
ਪਰ ਮੇਰੇ ਤੋਂ ਉਮੀਦ ਲਾ ਕੇ ਮੇਰੇ ਕੋਲ ਕਦੇ ਨਾ ਆਇਓ। ਮੇਰੀ ਕਲਾਸ ਲੈਣ ਦਾ ਸਮਾਂ ਹੋ ਰਿਹਾ ਏ, ਮੈਂ ਜਾਂਦਾ ਹਾਂ। ਦੋਨੋਂ ਨੂੰਹ ਤੇ ਪੁੱਤਰ ਆਪਣੇ ਪਿਤਾ ਵੱਲ ਹੈਰਾਨੀ ਨਾਲ ਦੇਖਣ ਲੱਗੇ। ਉਹ ਦੋਨੋਂ ਕੁਝ ਹੋਰ ਕਹਿੰਦੇ ਉਸ ਤੋਂ ਪਹਿਲਾਂ ਹੀ ਦਰਸ਼ਨ ਸਿੰਘ ਜੀ ਉੱਠ ਕੇ ਆਪਣੀ ਕਲਾਸ ਲੈਣ ਚਲੇ ਗਏ। ਨੂੰਹ ਤੇ ਪੁੱਤਰ ਦੋਨੋਂ ਮੂੰਹ ਲਮਕਾ ਕੇ ਵਾਪਸ ਆ ਗਏ। ਹੁਣ ਉਹਨਾਂ ਦੇ ਕੋਲ ਪਛਤਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਸੀ। ਸੋ ਬਜ਼ੁਰਗਾਂ ਨੇ ਸੱਚ ਹੀ ਕਿਹਾ ਹੈ ਕਿ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਸੋ ਕੋਈ ਵੀ ਬੁਰਾ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੋ। ਆਪਣੇ ਰਿਸ਼ਤਿਆਂ ਦਾ ਲਿਹਾਜ਼ ਕਰੋ ਤੇ ਦੂਜਿਆਂ ਨੂੰ ਇੱਜ਼ਤ ਦਿਵੋ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇਗੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤਾਂ ਜੋ ਸਾਡੀ ਅਗਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।